कबीर प्रीत एक स्यों किए, आन दुबधा जाए। पावै लांबे केस कर, पावै कर मुड़ाए। गुरु जी कोटान कोट प्रणाम। ਗੁਰੂ ਜੀ ਕਬੀਰ ਜੀ ਦੇ ਇਸ ਸਲੋਕ ਦੇ ਦੋ ਤਰੀਕਿਆਂ ਨਾਲ ਵਿਚਾਰ ਸੁਣੀਦੇ ਹਨ। ਇੱਕ ਕਹਿੰਦੇ ਹਨ ਕਿ ਹੇ ਜੀਵ, ਤੂੰ ਇੱਕ ਪਰਮਾਤਮਾ ਨਾਲ ਪ੍ਰੇਮ ਕਰ, ਤੇਰਾ ਦੂਜਾ ਭਾਵ ਖਤਮ ਹੋ ਜਾਵੇਗਾ। ਕੇਸ ਭਾਵੇਂ ਰੱਖ ਜਾਂ ਨਾ ਰੱਖ। ਦੂਸਰੇ ਕਹਿੰਦੇ ਹਨ, ਕੇਸ ਚਾਹੇ ਜਟਾਂ ਬਣਾ ਕੇ ਲੰਬੇ ਕਰ ਲੈ, ਜਾਂ ਸਿਰ 'ਤੇ ਇੱਕ ਵੀ ਕੇਸ ਨਾ ਰਹਿਣ ਦੇ। ਇਸ ਤਰ੍ਹਾਂ ਦੇ ਕਰਮ ਧਰਮ ਨੂੰ ਉਹ ਪਾਖੰਡ ਕਹਿੰਦੇ ਹਨ। ਪਰ ਤੇਰਾ ਦੂਜਾ ਭਾਵ ਪ੍ਰਭੂ ਦੇ ਪ੍ਰੇਮ ਕਰਨ ਨਾਲ ਹੀ ਸਮਾਪਤ ਹੋਵੇਗਾ। ਸਿੱਖ ਧਰਮ ਵਾਲੇ ਕਹਿੰਦੇ ਹਨ ਕਿ ਜਿਸ ਤਰ੍ਹਾਂ ਦਾ ਰੱਬ ਨੇ ਬਣਾਇਆ ਹੈ ਉਸੇ ਤਰ੍ਹਾਂ ਦਾ ਰਹਿਣਾ। ਗੁਜ਼ਰੇ ਸਮੇਂ ਵਿੱਚ ਹਰ ਧਰਮ ਦੇ ਰਹਿਬਰਾਂ ਰਿਸ਼ੀਆਂ ਮੁਨੀਆਂ ਦੇ ਕੇਸ ਪੂਰੇ ਸਾਬਤ ਹੁੰਦੇ ਸਨ। ਸਹੀ ਨਿਰਣਾ ਗੁਰੂ ਜੀ ਤੁਸੀਂ ਹੀ ਕਰ ਸਕਦੇ ਹੋ। ਕਿਰਪਾ ਕਰੋ। ਗਲਤੀਆਂ ਲਈ ਗੁਰੂ ਜੀ ਮੂਰਖ ਨੂੰ ਬਖਸ਼ ਦੇਣਾ। ਪ੍ਰਣਾਮ। ਇਹਨਾਂ ਪੰਕਤੀਆਂ ਦਾ ਇਹ ਭਾਵ ਨਹੀਂ ਹੈ ਜੋ ਤੁਸੀਂ ਥੱਲੇ ਲਿਖਿਆ ਹੋਇਆ ਹੈ। ਪਰ ਜ਼ਿਆਦਾਤਰ ਧਾਰਮਿਕ ਲੋਕ ਇਉਂ ਹੀ ਸਮਝਦੇ ਹਨ। ਐਸੇ ਹੀ ਪੁਸਤਕਾਂ ਦੇ ਵਿੱਚ ਅਰਥ ਵੀ ਲਿਖੇ ਹੋਏ ਹਨ। ਪਰ ਭਗਤ ਜੀ ਇਹਨਾਂ ਪੰਕਤੀਆਂ ਦੁਆਰਾ ਇਹ ਨਹੀਂ ਕਹਿ ਰਹੇ ਹਨ ਜੋ ਤੁਸੀਂ ਸੋਚ ਰਹੇ ਹੋ। ਇਸ ਤੋਂ ਉੱਪਰ ਵਾਲਾ ਸਲੋਕ ਤੁਸੀਂ ਪਹਿਲਾਂ ਸਮਝੋਗੇ ਤਾਂ ਤੁਹਾਨੂੰ ਇਹ ਹੇਠਲੀਆਂ ਪੰਕਤੀਆਂ ਦਾ ਜੋ ਭਾਵ ਹੈ ਉਹ ਸਮਝ ਵਿੱਚ ਆਵੇਗਾ। ਖਿਆਲ ਵਿੱਚ ਲਓ। ਕਬੀਰ ਤਾਸਿਓਂ ਪ੍ਰੀਤ ਕਰ, ਜਾਕੋ ਠਾਕੁਰ ਰਾਮ। ਪੰਡਤ ਰਾਜੇ ਭੂਪਤੀ ਆਵੇ ਕਉਨੇ ਕਾਮ। ਕਬੀਰ ਜੀ ਕਹਿ ਰਹੇ ਹਨ, ਪ੍ਰੀਤ ਤਾਸਿਓਂ ਕਰ, ਉਹਦੇ ਨਾਲ ਕਰ। ਜਾਕੋ ਠਾਕੁਰ ਰਾਮ, ਜਿਹਦਾ ਠਾਕੁਰ ਰਾਮ ਹੈ। ਕੋਈ ਦੇਵੀ ਦੇਵਤਾ ਨਹੀਂ, ਕੋਈ ਪੱਥਰ ਦੀ ਮੂਰਤੀ ਨਹੀਂ, ਕੋਈ ਪੱਥਰ ਨਹੀਂ ਜਿਹਦਾ ਠਾਕੁਰ। ਜਿਹਦਾ ਠਾਕੁਰ ਪਰਮਾਤਮਾ ਹੈ, ਭਾਵ ਕਿ ਜਿਹੜਾ ਪਰਮਾਤਮਾ ਦਾ ਪਿਆਰਾ ਹੈ, ਉਹਦੇ ਨਾਲ ਪ੍ਰੀਤ ਕਰ। ਪੰਡਤ ਰਾਜੇ ਭੂਪਤੀ ਆਵੇ ਕਉਨੇ ਕਾਮ। ਕਹਿੰਦੇ ਹਨ ਪੰਡਤ ਤੇ ਰਾਜੇ ਭੂਪਤੀ ਉਹ ਕਿਸੇ ਕੰਮ ਨਹੀਂ ਆਉਣੇ ਹਨ, ਉਹਨਾਂ ਦੇ ਨਾਲ ਪ੍ਰੀਤ ਨਾ ਕਰ। ਭਾਵ ਕਿ ਪ੍ਰੀਤ ਤੂੰ ਉਹਦੇ ਨਾਲ ਕਰ ਜਿਹਦੀ ਪ੍ਰੀਤ ਪਰਮਾਤਮਾ ਨਾਲ ਹੈ, ਤੇ ਜਿਹਦੀ ਪ੍ਰੀਤ ਸੰਸਾਰ ਨਾਲ ਹੈ ਉਹਦੇ ਨਾਲ ਪ੍ਰੀਤ ਨਾ ਕਰ। ਐਸਾ ਹੀ ਕਹਿ ਰਹੇ ਹਨ ਨਾ ਭਗਤ ਜੀ। ਵੀ ਰਾਜੇ ਨਾਲ ਪ੍ਰੀਤ ਕਰੇਗਾ ਤਾਂ ਉਹ ਵੀ ਸੰਸਾਰ ਦੇ ਵਿੱਚ ਫਸਾਵੇਗਾ। ਉਹ ਆਪ ਫਸਿਆ ਹੋਇਆ ਹੈ, ਉਲਝਿਆ ਹੋਇਆ ਹੈ। ਸੰਸਾਰ ਦੇ ਅੰਧੇਰੇ ਦੇ ਵਿੱਚ
ਗਵਾਚਿਆ ਹੋਇਆ, ਤੇ ਤੈਨੂੰ ਵੀ ਉਸੇ ਅੰਧੇਰੇ ਵਿੱਚ ਲੈ ਕੇ ਜਾਵੇਗਾ। ਤੇ ਜਿਹੜਾ ਭੂਪਤੀ ਹੈ, ਜ਼ਮੀਨ ਦਾ ਮਾਲਕ, ਉਹਦੇ ਨਾਲ ਪ੍ਰੀਤ ਕਰੇਗਾ ਤੇ ਉਹ ਜ਼ਮੀਨ ਦੇ ਨਾਲ ਮੋਹ ਕਰ ਰਿਹਾ ਹੈ। ਇਸੇ ਕਰਕੇ ਉਹਨੂੰ ਭੂਪਤੀ ਕਿਹਾ ਹੈ। ਭੂ ਦਾ ਪਤੀ, ਜ਼ਮੀਨ ਦਾ ਪਤੀ, ਜ਼ਮੀਨ ਦਾ ਮਾਲਕ। ਮਾਲਕ ਤੇ ਉਹ ਹੀ ਬਣਦਾ ਹੈ ਨਾ ਜਿਹੜਾ ਪ੍ਰੇਮ ਕਰਦਾ। ਪਤਨੀ ਨਾਲ ਪ੍ਰੇਮ ਕਰਦਾ ਤੇ ਪਤੀ ਬਣ ਗਿਆ। ਇੱਦਾਂ ਹੈ ਭੂਪਤੀ। ਇਵੇਂ ਹੀ ਰਾਸ਼ਟਰਪਤੀ ਰਾਸ਼ਟਰ ਦੇ ਨਾਲ, ਦੇਸ਼ ਦੇ ਨਾਲ ਪ੍ਰੇਮ ਕਰਦਾ। ਪੁਰਾਣੇ ਸਮੇਂ 'ਚ ਰਾਜੇ ਕਰਦੇ ਸਨ ਆਪਣੇ ਦੇਸ਼ ਨਾਲ ਪ੍ਰੇਮ, ਉਹਨੂੰ ਬਚਾ ਕੇ ਰੱਖਦੇ। ਅਤੇ ਇੱਦਾਂ ਹੀ ਕਈ ਬਹੁਤੇ ਰਾਸ਼ਟਰਪਤੀ ਨਹੀਂ ਕਰ ਰਿਹਾ, ਬਹੁਤੇ ਲੋਕ ਕਰਦੇ ਹਨ। ਬਹੁਤ ਪ੍ਰੇਮੀ ਹਨ, ਬੜਾ ਮੋਹ ਹੈ। ਦੇਸ਼ ਕੀ ਹੈ? ਇੱਕ ਧਰਤੀ ਦਾ ਟੁਕੜਾ, ਛੋਟਾ ਜਿਹਾ। ਇੱਕ ਵੱਡੇ ਟੁਕੜੇ 'ਤੇ ਮੋਹ ਕਰ ਰਿਹਾ ਹੈ ਦੇਸ਼ 'ਤੇ, ਇੱਕ ਛੋਟੇ ਟੁਕੜੇ 'ਤੇ ਮੋਹ ਕਰ ਰਿਹਾ ਹੈ ਰਾਜ 'ਤੇ, ਸੂਬੇ 'ਤੇ। ਇੱਕ ਹੋਰ ਛੋਟੇ ਟੁਕੜੇ 'ਤੇ ਮੋਹ ਕਰਦਾ ਹੈ, ਉਹਨੂੰ ਭੂਪਤੀ ਕਹਿ ਲਓ, ਜ਼ਮੀਨ ਦਾ ਮਾਲਕ। ਘਰ ਸਾਰੇ ਮੋਹ ਰਹੇ। ਫਿਰ ਪੰਡਤ ਦੇ ਨਾਲ ਵੀ ਪ੍ਰੀਤ ਨਾ ਕਰ ਕਹਿੰਦੇ ਹਨ। ਦੇਖੋ, ਖਿਆਲ ਕਰੋ ਥੋੜ੍ਹਾ ਜਿਹਾ। ਉੱਦਾਂ ਭਗਤ ਜੀ ਨੇ ਸਤਸੰਗ ਵਾਸਤੇ ਬਹੁਤ ਕਿਹਾ ਹੈ, ਪਰ ਸਤ ਸੰਗ ਉਹਦੇ ਨਾਲ ਹੋਵੇਗਾ ਜਿਹੜਾ ਸਤ ਦਾ ਸੰਗ ਕਰ ਰਿਹਾ ਹੈ। ਸਤ ਦੇ ਸੰਗ ਹੈ। ਹੁਣ ਪੰਡਤ ਤੇ ਸਤ ਦੇ ਸੰਗ ਹੈ ਨਹੀਂ, ਪੰਡਤ ਦੇ ਗਿਆਨ ਦੇ ਸੰਗ ਹੈ। ਅਤੇ ਉਹ ਗਿਆਨ ਉਹਨੇ ਪੜ੍ਹਿਆ ਹੋਇਆ ਹੈ, ਸਿੱਖਿਆ ਹੋਇਆ ਹੈ, ਵਿਚਾਰਿਆ ਹੋਇਆ ਹੈ। ਅਤੇ ਉਹ ਗਿਆਨ ਦੇ ਨਾਲ ਪ੍ਰੀਤ ਪੈ ਗਈ ਉਹਦੀ, ਤਾਂ ਉਹ ਗਿਆਨ ਦੇ ਨਾਲ ਹੀ ਲੋਕਾਂ ਨੂੰ ਜੋੜੇਗਾ ਨਾ। ਅਤੇ ਅਜੋਕੇ ਸਮੇਂ 'ਚ ਜ਼ਿਆਦਾਤਰ ਲੋਕ ਗਿਆਨੀ ਹੋ ਰਹੇ ਹਨ। ਬਹੁਤ ਗਿਆਨ ਲੋਕਾਂ ਨੂੰ, ਆਮ ਸਧਾਰਨ ਲੋਕਾਂ ਨੂੰ ਵੀ ਬੜਾ ਗਿਆਨ ਹੋ ਰਿਹਾ ਹੈ। ਕਈ ਵਾਰ ਮੈਂ ਹੈਰਾਨ ਹੋ ਜਾਂਦਾ, ਬੜੀਆਂ ਗਿਆਨ ਦੀਆਂ ਗੱਲਾਂ ਕਰਦੇ, ਸਿਰਫ ਸੁਣੀਆਂ ਹੀ ਹੋਈਆਂ ਹਨ ਅਤੇ ਉਹ ਕੰਠ ਕਰ ਲੈਂਦੇ, ਅਤੇ ਗਿਆਨ ਨਾਲ ਮੋਹ ਹੋ ਗਏ। ਅਤੇ ਕਹਿੰਦੇ ਹਨ ਐਸੇ ਗਿਆਨੀਆਂ ਕੋਲ, ਐਸੇ ਪੰਡਤਾਂ ਕੋਲ, ਐਸੇ ਵਿਦਵਾਨਾਂ ਕੋਲੋਂ ਵੀ ਬਚ। ਉਹ ਤੈਨੂੰ ਗਿਆਨ ਦੇ ਵਿੱਚ ਉਲਝਾ ਦੇਣਗੇ। ਗਿਆਨ ਕੋਈ ਬਾਹਰੋਂ ਪੜ੍ਹ ਸੁਣ ਕੇ ਥੋੜ੍ਹੀ ਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਕਈ ਤਾਂ ਪਹਿਲਾਂ ਵੀ ਬਹੁਤ ਵਾਰ ਵੀ ਤੁਸੀਂ ਕੀ ਸੋਚਦੇ ਹੋ ਵੀ ਤੁਹਾਨੂੰ ਸੁਣ ਕੇ ਗਿਆਨ ਹੋ ਜਾਵੇਗਾ? ਨਾ ਹੀ ਪੜ੍ਹ ਕੇ ਹੋਵੇਗਾ, ਵਿਚਾਰ ਕੇ ਵੀ ਨਹੀਂ ਹੋਵੇਗਾ, ਸਮਝ ਕੇ ਵੀ ਨਹੀਂ ਹੋਵੇਗਾ, ਮਿਟ ਕੇ ਹੋਵੇਗਾ ਗਿਆਨ। ਦਰਅਸਲ ਮਿਟਣ ਦਾ ਗਿਆਨ ਮਿਟ ਕੇ ਹੀ ਹੋਵੇਗਾ ਨਾ। ਸਮਝ ਕਿਵੇਂ ਹੋ ਜਾਵੇਗਾ? ਕੋਈ ਮਿਟਣ ਬਾਰੇ ਸਮਝੀ ਜਾਵੇ, ਜਿਵੇਂ ਮਰਨ ਬਾਰੇ ਕੋਈ ਸਮਝੀ ਜਾਵੇ। ਸਰੀਰ ਕਰਕੇ ਵੀ ਕੋਈ ਜਿਹੜੇ ਮਰਦੇ ਹਨ, ਤੋ ਸਮਝ ਕੇ ਉਹਨੂੰ ਪਤਾ ਥੋੜ੍ਹੀ ਲੱਗੇਗਾ ਵੀ ਕਿਵੇਂ ਮਰੀਦਾ। ਮਰ ਕੇ ਹੀ ਪਤਾ ਲੱਗੂਗਾ ਨਾ। ਇਸੇ ਕਾਰਨ ਇਹ ਜਿਹੜੀ ਮਰਨੀ ਹੈ, ਕੋਈ ਮਰੇਗਾ ਤਾਂ ਹੀ ਪਤਾ ਲੱਗੇਗਾ ਨਾ। ਕਬੀਰ ਜੀ ਨੇ ਕਿਹਾ ਵੀ ਮਰਤਾ ਮਰਤਾ ਜਗ ਮੁ, ਮਰ ਵੀ ਨਾ ਜਾਣਿਆ ਕੋ, ਐਸੀ ਮਰਨੀ ਜੋ ਮਰੇ ਫਿਰ ਬਹੁਰ ਨਾ ਮਰਨਾ। ਕਹਿੰਦੇ ਮਰਦੇ ਤੇ ਬਹੁਤ ਹੈ ਲੋਕ, ਪਰ ਜਾਣਿਆ ਥੋੜ੍ਹੀ, ਉਹ ਮਰ ਕੇ ਹੀ ਜਾਣੂਗੇ ਨਾ। ਅਤੇ ਸਮਝ ਕੇ ਥੋੜ੍ਹੀ। ਇਹ ਤਾਂ ਐਸਾ ਹੀ ਹੈ ਜਿਵੇਂ ਕੋਈ ਇਸਤਰੀ ਮਾਂ ਬਣਦੀ ਹੈ, ਤਾਂ ਮਾਂ ਬਣਨ ਦਾ ਜਿਹੜਾ ਅਨੁਭਵ ਹੈ, ਉਹ ਮਾਂ ਬਣਨ ਤੋਂ ਬਾਅਦ ਹੀ ਪਤਾ ਲੱਗਦਾ ਹੈ ਨਾ।
ਵੀ ਮਾਂ ਕਿਵੇਂ ਬਣੀਦਾ ਹੈ। ਹਾਂ, ਕਈ ਗੋਦ ਲੈ ਕੇ ਮਾਂ ਬਣ ਜਾਂਦੀਆਂ ਹਨ, ਜਾਂ ਅਜੋਕੇ ਸਮੇਂ 'ਚ ਆਪਣਾ ਬੱਚਾ ਕਿਸੇ ਹੋਰ ਦੀ ਕੁੱਖ ਦੇ ਵਿੱਚ ਰੱਖ ਕੇ ਪੈਦਾ ਕਰਦੇ ਹਨ। ਜ਼ਿਆਦਾਤਰ ਅਮੀਰ ਲੋਕ ਮਾਂ ਬਾਪ ਬਣ ਜਾਂਦੇ, ਪਰ ਉਹ ਅਨੁਭਵ ਥੋੜ੍ਹੀ ਹੋਇਆ ਨਾ, ਕਿਉਂਕਿ ਉਹ ਪੀੜਾ ਦੇ ਵਿੱਚ ਦੀ ਥੋੜ੍ਹੀ ਗੁਜ਼ਰੇ, ਅਤੇ ਪੀੜਾ ਦੇ ਵਿੱਚ ਦੀ ਗੁਜ਼ਰ ਕੇ ਅਨੁਭਵ ਹੁੰਦਾ ਹੈ। ਫਿਰ ਇਹ ਤਾਂ ਪੀੜਾ ਕੁਝ ਵੀ ਨਹੀਂ ਹੈ। ਇਹ ਜਿਹੜੀ ਮਿਟਣ ਦੀ ਪੀੜਾ ਹੈ ਨਾ, ਇਹ ਤਾਂ ਦੱਸੀ ਵੀ ਨਹੀਂ ਜਾ ਸਕਦੀ। ਇਸੇ ਕਾਰਨ ਹੀ ਤਾਂ ਲੋਕ ਡਰਦੇ ਹਨ। ਪਰ ਕਿੰਨਾ ਵੀ ਡਰੋ, ਆਖਰਕਾਰ ਤੁਸੀਂ ਇਸ ਪੀੜਾ ਥਾਣੀ ਗੁਜ਼ਰਦੇ ਹੀ ਹੋ। ਜਦੋਂ ਵੀ ਮਰਦੇ ਹੋ ਉਦੋਂ ਹੀ ਗੁਜ਼ਰਦੇ ਹੋ ਨਾ, ਸਭ ਕੁਛ ਛੁੱਟ ਜਾਂਦਾ ਹੈ। ਉਹੋ ਹੀ ਪੀੜਾ ਤੜਫਾਉਂਦੀ ਛੁੱਟਣ ਦੀ। ਇਵੇਂ ਹੀ ਜਦੋਂ ਝੂਠ ਛੁੱਟਦਾ ਹੈ ਨਾ, ਉਦੋਂ ਵੈਸੇ ਹੀ ਗੁਜ਼ਰਨਾ ਪੈਂਦਾ ਹੈ। ਮਰਨ ਵਰਗੀ ਘਟਨਾ ਹੈ। ਇਸੇ ਕਰਕੇ ਕਿਹਾ ਹੈ ਨਾ, ਪਹਿਲਾਂ ਮਰਨ ਕਬੂਲ। ਵੀ ਉਹ ਘਟਨਾ ਦੇ ਵਿੱਚ ਦੀ ਗੁਜ਼ਰਨ ਵਾਸਤੇ ਪਹਿਲਾਂ ਤਿਆਰ ਹੋ, ਕਬੂਲ ਕਰ ਵੀ ਮਰਨ ਦੀ ਘਟਨਾ ਜਿਹੜੀ ਆਉਣੀ ਹੈ ਨਾ, ਮਿਟਣ ਦੀ, ਉਹ ਤੋਂ ਮੈਂ ਗੁਜ਼ਰਨ ਨੂੰ ਤਿਆਰ। ਫਿਰ ਫਿਰ ਜਿਹੜਾ ਗੁਜ਼ਰ ਜਾਂਦਾ ਹੈ ਨਾ, ਮਿਟ ਜਾਂਦਾ ਹੈ, ਤੇ ਮਿਟੇ ਹੋਏ ਦਾ ਪਤਾ ਵੀ ਮਿਟ ਕੇ ਹੀ ਲੱਗਦਾ ਹੈ। ਤੇ ਇਸ ਕਰਕੇ ਬਾਹਰੋਂ ਨਾ ਤਾਂ ਪੜ੍ਹ ਕੇ ਹੋਣਾ ਹੈ, ਨਾ ਸੁਣ ਕੇ ਹੋਣਾ ਹੈ, ਨਾ ਵਿਚਾਰ ਕੇ ਹੋਣਾ ਹੈ, ਨਾ ਹੀ ਗਿਆਨੀਆਂ ਵਿਦਵਾਨਾਂ ਦੀ ਸੰਗਤ ਕਰਕੇ ਹੀ ਹੋਣਾ ਹੈ। ਸੰਗਤ ਵੀ ਮਿਟਣ ਦੀ ਹੀ ਤਿਆਰੀ ਹੁੰਦੀ ਹੈ। ਤੇ ਜਿਹੜਾ ਬਾਹਰ ਜੁੜਿਆ ਹੋਇਆ ਹੈ ਸੰਸਾਰ ਵਿੱਚ, ਤੋ ਸੰਗਤ ਤੇ ਕਰਾਉਂਦਾ ਰਹੇਗਾ, ਵਿਚਾਰਧਾਰਾ ਦੇ ਨਾਲ ਜੋੜਦਾ ਰਹੇਗਾ, ਉਪਦੇਸ਼ ਦਿੰਦਾ ਰਹੇਗਾ, ਪਰ ਮਿਟਾਏਗਾ ਨਹੀਂ। ਉਹਦੇ ਨਾਲ ਜੁੜਨਾ ਵੀ ਸਿਖਾਲਾ ਹੈ, ਖਿਆਲ ਵਿੱਚ ਰੱਖਿਓ। ਪਰ ਉਹਦੇ ਨਾਲ ਪ੍ਰੀਤ ਕਰਨੀ ਬਹੁਤ ਕਠਿਨ ਹੈ। ਜਾਕੋ ਠਾਕੁਰ ਰਾਮ। ਕਿਉਂਕਿ ਉਹ ਬਿਲਕੁਲ ਸੰਸਾਰ ਨਾਲੋਂ ਉਲਟਾ ਖੜਾ ਹੈ। ਸੰਸਾਰ ਦੀ ਧਾਰਾ ਤੋਂ ਉਲਟਾ ਖੜਾ ਹੈ। ਇਸ ਕਾਰਨ ਉਹਦੇ ਨਾਲ ਪ੍ਰੀਤ ਕਰਨੀ ਬਹੁਤ ਕਠਿਨ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਸੰਸਾਰਿਕ ਲੋਕਾਂ ਨਾਲ ਪ੍ਰੀਤ ਕਰਨੀ ਬਹੁਤ ਸੁਖਾਲੀ ਹੈ। ਇਸ ਕਰਕੇ ਲੋਕ ਕਰ ਲੈਂਦੇ ਹਨ, ਕਿਉਂਕਿ ਸੰਸਾਰ ਦੀ ਵਿਚਾਰਧਾਰਾ ਤੇ ਹਰ ਇੱਕ ਅੰਦਰ ਚੱਲ ਰਹੀ ਹੈ। ਥੋੜ੍ਹਾ ਥੋੜ੍ਹਾ ਫਰਕ ਹੈ, ਅਤੇ ਜਿਹਦੀ ਨਾਲ ਮਿਲਦੀ ਹੈ ਉਹਨੂੰ ਆਦਮੀ ਦੋਸਤ ਬਣਾ ਲੈਂਦਾ। ਵੀ ਵਿਚਾਰਧਾਰਾ ਮਿਲਦੀ, ਜਾਂ ਕੋਈ ਕੰਮ ਆਉਂਦਾ ਹੈ ਉਹਦੀ ਹੈਲਪ ਕਰਦਾ ਹੈ। ਕਈ ਉੱਦਾਂ ਹੀ ਮਿੱਤਰਤਾ ਹੀ ਪਾ ਲੈਂਦੇ, ਪ੍ਰੀਤ ਕਰ ਲੈਂਦੇ, ਜਾਂ ਘਰ ਦੇ ਮੈਂਬਰ ਹਨ, ਇੱਕ ਦੂਸਰੇ ਦੇ ਕੰਮ ਆਉਂਦੇ ਹਨ, ਅਤੇ ਪ੍ਰੀਤ ਹੁੰਦੀ ਹੈ। ਅਤੇ ਪ੍ਰੀਤ ਸੁਖਾਲੀ ਹੈ ਸੰਸਾਰ ਦੀ। ਪਰ ਜਿਹੜਾ ਪ੍ਰਭੂ ਦਾ ਪਿਆਰਾ, ਉਹ ਸੰਸਾਰ ਨਾਲੋਂ ਬਿਲਕੁਲ ਉਲਟਾ ਹੈ। ਉਹਦੇ ਨਾਲ ਪ੍ਰੀਤ ਪਾਉਣੀ ਬਹੁਤ ਹੀ ਕਠਿਨ ਹੈ। ਹੁਣ ਧਾਰਮਿਕ ਲੋਕ ਵੀ ਧਰਮ ਦੇ ਨਾਲ ਪ੍ਰੀਤ ਪਾ ਲੈਂਦੇ ਹਨ, ਜਾਂ ਧਾਰਮਿਕ ਸਥਾਨਾਂ ਦੇ ਨਾਲ ਪ੍ਰੀਤ, ਦੇਵੀ ਦੇਵਤਿਆਂ ਦੇ ਨਾਲ ਪ੍ਰੀਤ ਹੈ। ਤੇ ਇਹ ਵੀ ਜਿਹੜੀ ਪ੍ਰੀਤ ਲੋਕ ਪਾ ਰਹੇ ਹਨ, ਉਹਨਾਂ ਨੂੰ ਕੁਛ ਮਿਲ ਰਿਹਾ ਹੈ ਤਾਂ ਹੀ ਪਾ ਰਹੇ ਹਨ ਨਾ। ਕਿਸੇ ਦੀ ਕੋਈ ਇੱਛਾ ਪੂਰੀ ਹੋ ਜਾਂਦੀ
ਤੁਹਾਨੂੰ ਭਾਵਨਾ ਜਾਗਦੀ ਵੀ ਇਸੇ ਸਥਾਨ 'ਤੇ ਮੇਰੀ ਇਹ ਇੱਛਾ ਪੂਰੀ ਹੋ ਗਈ। ਕਈਆਂ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ। ਤੋ ਅਚੰਭਾ ਮੰਨਦੀ ਚਮਤਕਾਰ ਹੋ ਗਿਆ, ਇਹ ਮਹਾਨ ਜਗ੍ਹਾ ਹੈ। ਜਾਂ ਕੋਈ ਦੇਵੀ ਦੇਵਤੇ ਦੇ ਨਾਲ ਜੁੜ ਜਾਂਦਾ, ਕੋਈ ਕਬਰਾਂ ਦੇ ਨਾਲ, ਉੱਥੇ ਵੀ ਇੱਛਾ ਪੂਰੀਆਂ ਹੁੰਦੀਆਂ ਹਨ। ਅਤੇ ਬਹੁਤ ਢੰਗ ਦੀਆਂ ਜਗ੍ਹਾ ਬਣੀਆਂ ਹੋਈਆਂ, ਅਤੇ ਹਰ ਇੱਕ ਦੀ ਕੋਈ ਨਾ ਕੋਈ ਇੱਛਾ, ਕਾਮਨਾ, ਚਾਹਤ ਜਾਂ ਕਿਸੇ ਭਾਵ ਦੁਆਰਾ ਕੋਈ ਜੁੜ ਗਿਆ, ਤੁਹਾਨੂੰ ਚੰਗਾ ਪ੍ਰਤੀਤ ਹੁੰਦਾ ਹੈ। ਅਤੇ ਜ਼ਿਆਦਾ ਲੋਕ ਇੱਛਾ ਦੀ ਪੂਰਤੀ ਕਰਕੇ ਜੁੜਦੇ ਹਨ। ਇੱਛਾ ਪੂਰਕ ਸਰਬ ਸੁਖਦਾਤਾ ਕਹਿੰਦੇ ਵੀ ਹਨ। ਇਵੇਂ ਹੀ ਲੋਕ ਧਾਰਮਿਕ ਸਥਾਨਾਂ ਦੇ ਨਾਲ ਜੁੜੇ ਹੋਏ ਹਨ। ਇਵੇਂ ਹੀ ਸਿੱਖ ਜੁੜੇ ਹੋਏ ਹਨ ਆਪਣੇ ਗੁਰੂ ਨਾਲ। ਇੱਛਾਵਾਂ ਕਰਕੇ ਹੀ ਬਾਣੀ ਪੜ੍ਹਦੇ ਹਨ, ਪਾਠ ਕਰਦੇ ਹਨ। ਅਤੇ ਅਰਦਾਸਾਂ ਵੀ ਇੱਛਾਵਾਂ ਦੀਆਂ ਹੁੰਦੀਆਂ ਹਨ, ਚਾਹਤਾਂ ਦੀਆਂ ਹੁੰਦੀਆਂ। ਇੱਦਾਂ ਹੀ ਸਾਧੂ ਮਹਾਤਮਾ ਦੇ ਨਾਲ ਲੋਕ ਜੁੜੇ ਹੋਏ ਆ। ਉਹਨਾਂ ਦੀਆਂ ਵੀ ਇੱਛਾਵਾਂ ਉਹ ਪੂਰੀਆਂ ਕਰਦੇ ਹਨ। ਕੋਈ ਕੰਮ 'ਚ ਵਿਘਨ ਹੋਵੇ ਦੂਰ ਕਰਦੇ ਹਨ, ਕਾਰੋਬਾਰ ਚਲਾਉਂਦੇ ਹਨ, ਅਤੇ ਬੜਾ ਸਤਿਕਾਰ ਦਿੰਦੇ ਹਨ। ਅਤੇ ਜਿੱਥੇ ਬੰਦੇ ਨੂੰ ਸਤਿਕਾਰ ਮਿਲ ਰਿਹਾ ਹੋਵੇ ਤਾਂ ਉੱਥੇ ਵੀ ਬੰਦਾ ਜਾਂਦਾ ਹੈ। ਆਓ ਭਗਤ ਹੋ ਰਹੀ। ਅਤੇ ਕਈਆਂ ਨੂੰ ਆਓ ਭਗਤ ਕਰਾਉਣ ਚੰਗੀ ਲੱਗਦੀ ਹੈ, ਉਹਨਾਂ ਦੀ ਇੱਛਾ ਪੂਰੀ ਹੋ ਜਾਂਦੀ। ਭਾਵ ਕਿ ਜਿਸ ਤਰ੍ਹਾਂ ਦਾ ਤੁਹਾਡਾ ਖਿਆਲ ਹੈ, ਚਾਹਤ ਹੈ, ਇੱਛਾ ਹੈ, ਵੈਸਾ ਤੁਹਾਨੂੰ ਮਿਲ ਜਾਵੇ, ਤੁਹਾਡੀ ਪ੍ਰੀਤ ਹੋ ਜਾਂਦੀ। ਭਾਵ ਕਿ ਤੁਹਾਡੇ ਮਨ ਦੇ ਅਨੁਕੂਲ ਥੋੜ੍ਹਾ ਜਿਹਾ ਹੋਵੇ ਤਾਂ ਤੁਹਾਡੀ ਪ੍ਰੀਤ ਹੁੰਦੀ। ਪਰ ਸਤਿਪੁਰਖ ਤਾਂ ਬਿਲਕੁਲ ਵਿਪਰੀਤ ਹਨ ਤੁਹਾਡੇ ਮਨ ਤੋਂ।